ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਕੈਲੀਫੋਰਨੀਆ ਦੀ ਗਵਰਨਰ ਗੈਵਿਨ ਨਿਊਸਮ ਦੀ ਪਟੀਸ਼ਨ ਹੋਈ ਖਾਰਜ। ਪੰਜਾਬੀ ਭਾਈਚਾਰੇ ਵੱਲੋਂ ਸੈਨੇਟਰ ਐਲੈਕਸ ਪਡੀਲਾ ਲਈ ਫੰਡ ਰੇਜ਼ਿੰਗ ਦਾ ਆਯੋਜਨ। ਤਾਨਾਸ਼ਾਹੀ ਤੋਂ ਆਜ਼ਾਦੀ ਚਾਹੁੰਦੇ ਹਨ ਕਿਊਬਨ ਲੋਕ, ਜੋ ਬਾਈਡਨ। ਅਮਰੀਕਾ ਦੀ ਚੀਨੀ ਕੰਪਨੀਆਂ ਖਿਲਾਫ ਕਾਰਵਾਈ ਤੋਂ ਚਿੜਿਆ ਚੀਨ, ਬਦਲਾ ਲੈਣ ਦੀ ਦਿੱਤੀ ਚੇਤਾਵਨੀ। ਵਿਦੇਸ਼ਾਂ ਵਿੱਚ ਠੱਗੀ ਮਾਰ ਕੇ ਬੈਠੀਆਂ ਕੁੜੀਆਂ ਖਿਲਾਫ ਮਨੀਸ਼ਾ ਗੁਲਾਟੀ ਦਾ ਵੱਡਾ ਐਲਾਨ, ਕਿਹਾ ਪੀੜਤ ਪਰਿਵਾਰਾਂ ਨੂੰ ਮਿਲੇਗਾ ਇਨਸਾਫ। ਸਿਡਨੀ ਵਿੱਚ ਤਾਲਾਬੰਦੀ ਹਟਾਉਣੀ ਫਿਲਹਾਲ ਸੰਭਵ ਨਹੀਂ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਕਾਫੀ ਮੁਸ਼ਕਲ ਸਥਿਤੀ ਵਿੱਚ ਫਸ ਗਏ ਨੇ। ਗੈਵਿਨ ਨਿਊਸਮ ਨੂੰ ਰਿਕਾਲ ਕਾਰਨ ਦੁਬਾਰਾ ਇਲੈਕਸ਼ਨ ਲੜਨੀ ਪੈ ਰਹੀ ਹੈ। ਇਹ ਚੋਣਾਂ 14 ਸਤੰਬਰ ਨੂੰ ਹੋਣ ਜਾ ਰਹੀਆਂ ਨੇ। ਹਾਲਾਂਕਿ ਗੈਵਿਨ ਨਿਊਸਮ ਡੈਮੋਕ੍ਰੈਟਿਕ ਪਾਰਟੀ ਵੱਲੋਂ ਚੋਣ ਲੜ ਕੇ ਕੈਲੀਫੋਰਨੀਆ ਦੇ ਗਵਰਨਰ ਬਣੇ ਸਨ, ਪਰ ਰਿਕਾਲ ਚੋਣਾਂ ਲਈ ਚੋਣਾਂ ਨਾਮਜ਼ਦਗੀ ਭਰਨ ਵੇਲੇ ਗਲਤੀ ਨਾਲ ਉਹਨਾਂ ਦੇ ਵਕੀਲ ਵੱਲੋਂ ਪਾਰਟੀ ਦਾ ਨਾਂ ਨਹੀਂ ਲਿਖਿਆ ਗਿਆ। ਬਾਅਦ ਵਿੱਚ ਸੈਕਟਰੀ ਆਫ ਸਟੇਟ ਡਾਕਟਰ ਸ਼ਿਰਲੇ ਵੈਬਰ ਨੇ ਵੀ ਨਾਮਜ਼ਦਗੀ ਅਨੁਸਾਰ ਹੀ ਬੈਲਟ ਪੇਪਰ ਤੇ ਗੈਵਿਨ ਨਿਊਸਮ ਦਾ ਨਾਂ ਬਿਨਾਂ ਪਾਰਟੀ ਤੋਂ ਪਾ ਦਿੱਤਾ। ਜਦੋਂ ਗਵਰਨਰ ਗੈਵਿਨ ਨਿਊਸਮ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਸੈਕਟਰੀ ਆਫ ਸਟੇਟ ਸ਼ਿਰਲੇ ਵੈਬਰ ਨੂੰ ਬੇਨਤੀ ਕੀਤੀ ਕਿ ਮੇਰੀ ਪਾਰਟੀ ਦਾ ਨਾਂ ਵਿੱਚ ਜੋੜ ਦਿੱਤਾ ਜਾਵੇ, ਪਰ ਉਸ ਵਕਤ ਤੱਕ ਕਿਸੇ ਤਰ੍ਹਾਂ ਦਾ ਵੀ ਬਦਲਾਅ ਕਰਨ ਦਾ ਸਮਾਂ ਨਿਕਲ ਚੁੱਕਾ ਸੀ। ਇਸ ਤੇ ਗਵਰਨਰ ਗੈਵਿਨ ਨਿਊਸਮ ਨੇ ਅਦਾਲਤ ਦਾ ਸਹਾਰਾ ਲਿਆ, ਪਰ ਉੱਥੇ ਵੀ ਨਿਰਾਸ਼ਾ ਹੀ ਹੱਥ ਲੱਗੀ। ਸੋਮਵਾਰ ਨੂੰ ਅਦਾਲਤ ਦੇ ਆਏ ਫੈਸਲੇ ਅਨੁਸਾਰ ਗੈਵਿਨ ਨਿਊਸਮ ਨੂੰ ਹੁਣ ਆਜ਼ਾਦ ਉਮੀਦਵਾਰ ਵਜੋਂ ਹੀ ਚੋਣਾਂ ਲੜਨੀਆਂ ਪੈਣਗੀਆਂ, ਜਿਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਗੈਵਿਨ ਨਿਊਸਮ ਨੇ ਕੈਲੀਫੋਰਨੀਆ ਲਈ ਬਹੁਤ ਸਾਰੇ ਬਿਹਤਰੀ ਦੇ ਕੰਮ ਕੀਤੇ ਨੇ। ਇੱਥੇ ਪਿਛਲੇ ਸਾਲ ਲੱਗੀਆਂ ਅੱਗਾਂ ਨੂੰ ਕੰਟਰੋਲ ਕਰਨ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਸੀ। ਕੋਵਿਡ-19 ਨੂੰ ਬਹੁਤ ਵਧੀਆ ਤਰੀਕੇ ਨਾਲ ਕਾਬੂ ਕੀਤਾ ਅਤੇ ਕੈਲੀਫੋਰਨੀਆ ਦੀ ਅਰਥ ਵਿਵਸਥਾ ਵੀ ਕਾਇਮ ਰੱਖੀ। ਇਸ ਦੌਰਾਨ ਉਹਨਾਂ ਹਰ ਤਬਕੇ ਦਾ ਖਾਸ ਖਿਆਲ ਰੱਖਿਆ, ਜਿਸ ਕਾਰਨ ਕੈਲੀਫੋਰਨੀਆ ਵਿੱਚ ਸਥਿਤੀ ਹਰ ਤਰ੍ਹਾਂ ਨਾਲ ਕਾਬੂ ਹੇਠ ਹੈ। ਦੂਜੇ ਪਾਸੇ ਰਿਪਬਲਿਕਨ ਪਾਰਟੀ ਦੇ ਬਹੁਤ ਸਾਰੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਨੇ, ਜਿਸ ਕਾਰਨ ਉਹਨਾਂ ਦੀਆਂ ਵੋਟਾਂ ਵੰਡੀਆਂ ਜਾ ਸਕਦੀਆਂ ਨੇ। ਇਹਨਾਂ ਚੋਣਾਂ ਦੇ ਨਤੀਜੇ ਕੀ ਕਹਿਣਗੇ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ। ਕੈਲੀਫੋਰਨੀਆ ਦੇ ਸਾਬਕਾ ਸੈਕਟਰੀ ਆਫ ਸਟੇਟ ਅਤੇ ਮੌਜੂਦਾ ਸੈਨੇਟਰ ਐਲੈਕਸ ਪਡੀਲਾ ਲਈ ਪੰਜਾਬੀ ਭਾਈਚਾਰੇ ਵੱਲੋਂ ਇੱਕ ਫੰਡ ਰੇਜ਼ਿੰਗ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਕੁਝ ਚੋਣਵੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਗੁਰਜਤਿੰਦਰ ਸਿੰਘ ਰੰਧਾਵਾ ਕਾਉਂਟੀ ਸੁਪਰਵਾਈਜ਼ਰ ਕਰਮ ਬੈਂਸ, ਡਾਕਟਰ ਅੰਮ੍ਰਿਤ ਸਿੰਘ, ਲਖਵੀਰ ਸਿੰਘ ਔਜਲਾ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਲੋਕ ਵੀ ਸ਼ਾਮਲ ਹੋਏ। ਇਹ ਫੰਡ ਰੇਜ਼ਿੰਗ ਡਾਕਟਰ ਆਸਿਫ ਮਹਿਮੂਦ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਸੈਨੇਟਰ ਐਲੈਕਸ ਪਡੀਲਾ ਨੇ ਪੰਜਾਬੀਆਂ ਦੀਆਂ ਮੁਸ਼ਕਲਾਂ ਬੜੇ ਗੌਰ ਨਾਲ ਸੁਣੀਆਂ। ਵੱਖ-ਵੱਖ ਆਗੂਆਂ ਨੇ ਆਪੋ ਆਪਣੀਆਂ ਮੁਸ਼ਕਲਾਂ ਦੱਸੀਆਂ, ਜਿਨ੍ਹਾਂ ਵਿੱਚ ਅਮਰੀਕਾ ਦੀ ਭਾਰਤ ਵਿਚਲੀ ਮੁੰਬਈ ਸਥਿਤ ਅੰਬੈਸੀ ਨੂੰ ਦਿੱਲੀ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਆਵਾਜ਼ ਵੀ ਉਠਾਈ ਅਤੇ ਅਮਰੀਕਾ ਵਿੱਚ ਸਿੱਖ ਪਛਾਣ ਦਾ ਮੁੱਦਾ ਵੀ ਭਾਰੂ ਰਿਹਾ। ਸੈਨੇਟਰ ਐਲੈਕਸ ਪਡੀਲਾ ਨੇ ਬੜੇ ਧਿਆਨ ਨਾਲ ਇਹ ਗੱਲਾਂ ਸੁਣੀਆਂ ਤੇ ਵਾਅਦਾ ਕੀਤਾ ਕਿ ਆਉਂਦੇ ਸਮੇਂ ਵਿੱਚ ਇਹਨਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸੈਨੇਟਰ ਐਲੈਕਸ ਪਡੀਲਾ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਭਾਰਤ ਵਿੱਚ ਅਮਰੀਕਾ ਦੇ ਨਵੇਂ ਨਿਯੁਕਤ ਐਮਬੈਸਡਰ ਮੇਰੇ ਖਾਸ ਮਿੱਤਰ ਹਨ ਅਤੇ ਅਸੀਂ ਲਾਸ ਏਂਜਲਸ ਵਿੱਚ ਕਾਫੀ ਸਮਾਂ ਇਕੱਠਿਆਂ ਕੰਮ ਕੀਤਾ। ਉਹਨਾਂ ਨੇ ਕਿਹਾ ਕਿ ਐਮਬੈਸੀ ਦਾ ਮਸਲਾ ਉਹ ਉਹਨਾਂ ਕੋਲ ਜ਼ਰੂਰ ਉਠਾਉਣਗੇ। My question, sir, is that in India, the farmers are sitting for the last 6 to 8 months. They are having a peaceful protest, and the government is trying to not meet their demands. That's a separate issue. But my issue is human rights. So their human right issues are being violated. They are being beaten. They are being put into jails. Their water supply is cut off. Sanitation is cut off. Toilet is cut off. So that kind of things. And a doctor's team was beaten up by the police. The doctors who are vaccinating them against COVID, they were brutally beaten up and their arms were broken. So these kinds of things are being done. So I want you to please raise your voice with the Indian government. No, thank you, and I appreciate the specificity. So yes, happy to convey concerns not just to the government officials from India, but when it comes to the embassy or other concerns, I look forward to being able to work with the soon-to-be next ambassador from the United States to India, Mayor Eric Garcetti. I've known Mayor Garcetti for more than 20 years. We used to serve together on the city council in Los Angeles, and I know he'll be coming through the Senate for confirmation, and so that's another opportunity to be able to raise some of these issues, some of these concerns. Thank you, sir.
Thank you. And with that, again, I apologize to everybody. I hope to see you again soon. I very much appreciate your support. And I'm going to have to leave it to Dr. Mahmood and David to answer questions on my behalf. But thank you all. ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦਵਾਈਆਂ ਤੇ ਭੋਜਨ ਦੀ ਕਮੀ ਵਰਗੇ ਮੁੱਦਿਆਂ ਨੂੰ ਲੈ ਕੇ ਕਿਊਬਾ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਬਾਰੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਕਿਊਬਨ ਲੋਕ ਤਾਨਾਸ਼ਾਹੀ ਤੋਂ ਨਿਜਾਤ ਪਾਉਣਾ ਚਾਹੁੰਦੇ ਨੇ। ਬਾਈਡਨ ਨੇ ਕਿਊਬਾ ਦੇ ਰਾਸ਼ਟਰਪਤੀ ਮਿਗੁਲ ਡਿਆਜ਼ ਕੈਨਲ ਦੀ ਹਕੂਮਤ ਨੂੰ ਕਿਹਾ ਹੈ ਕਿ ਉਹ ਲੋਕਾਂ ਦੀ ਗੱਲ ਸੁਣੇ ਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੇ। ਇਸ ਦੇ ਨਾਲ ਹੀ ਬਾਈਡਨ ਨੇ ਪ੍ਰਦਰਸ਼ਨ ਕਰ ਰਹੇ ਕਿਊਬਨ ਲੋਕਾਂ ਦਾ ਸਮਰਥਨ ਕੀਤਾ। ਰਾਸ਼ਟਰਪਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਤਾਨਾਸ਼ਾਹੀ ਤੋਂ ਤੰਗ ਆ ਚੁੱਕੇ ਨੇ। ਅਸੀਂ ਕਿਊਬਨ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਵਿੱਚ ਹਿੰਸਾ ਕਰਨ ਤੋਂ ਪਰਹੇਜ਼ ਕਰੇ। ਉਹਨਾਂ ਨੇ ਕਿਹਾ ਕਿ ਕਿਊਬਾ ਵਿੱਚ ਦਹਾਕਿਆਂ ਤੋਂ ਲੋਕ ਜ਼ਬਰ ਸਹਿ ਰਹੇ ਨੇ ਤੇ ਗਰੀਬੀ ਦੀ ਮਾਰ ਚੱਲ ਰਹੇ ਨੇ। ਇਹ ਸਭ ਕੁਝ ਤਾਨਾਸ਼ਾਹੀ ਹਕੂਮਤ ਦੀ ਦੇਣ ਹੈ। ਇਸ ਸਮੇਂ ਲੋਕ ਕੋਰੋਨਾ ਮਹਾਮਾਰੀ ਦੇ ਪੰਜੇ ਵਿੱਚ ਫਸੇ ਹੋਏ ਹਨ ਜਿਨ੍ਹਾਂ ਨੂੰ ਰਾਹਤ ਦੀ ਲੋੜ ਹੈ। ਉਹਨਾਂ ਨੇ ਕਿਹਾ ਅਸੀਂ ਕਿਊਬਨ ਲੋਕਾਂ ਦੇ ਆਜ਼ਾਦੀ ਦੇ ਸੱਦੇ ਦੀ ਹਮਾਇਤ ਕਰਦੇ ਹਾਂ। ਇੱਥੇ ਜ਼ਿਕਰਯੋਗ ਹੈ ਕਿ ਲੰਘੇ ਦਿਨ ਸਮੁੱਚੇ ਕਿਊਬਾ ਵਿਚਕਾਰ ਸਰਕਾਰ ਵਿਰੁੱਧ ਵੱਡੀ ਪੱਧਰ ਤੇ ਪ੍ਰਦਰਸ਼ਨ ਹੋਏ ਹਨ ਜਿਨ੍ਹਾਂ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਸਮਝਿਆ ਜਾਂਦਾ ਹੈ ਕਿ ਪਿਛਲੇ 30 ਸਾਲਾਂ ਦੌਰਾਨ ਪਹਿਲੀ ਵਾਰ ਸਰਕਾਰ ਵਿਰੁੱਧ ਐਡੀ ਵੱਡੀ ਪੱਧਰ ਉੱਪਰ ਲੋਕ ਸੜਕਾਂ ਤੇ ਉਤਰੇ। ਇੱਕ ਰਿਪੋਰਟ ਅਨੁਸਾਰ ਇਸ ਸਮੇਂ ਕਿਊਬਾ ਬਹੁਤ ਹੀ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ। ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਬਹੁਤ ਘੱਟ ਹੋਣ ਕਾਰਨ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ ਵਧ ਰਹੀ ਹੈ। ਚੀਨ ਨੇ ਐਤਵਾਰ ਨੂੰ ਕਿਹਾ ਕਿ ਉਹ ਉਈਗਰ ਭਾਈਚਾਰੇ ਅਤੇ ਹੋਰ ਮੁਸਲਿਮ ਨਸਲੀ ਘੱਟ ਗਿਣਤੀਆਂ ਨਾਲ ਬਦਸਲੂਕੀ ਕਰਨ ਵਿੱਚ ਕਥਿਤ ਭੂਮਿਕਾ ਨੂੰ ਲੈ ਕੇ ਚੀਨੀ ਕੰਪਨੀਆਂ ਨੂੰ ਕਾਲੀ ਸੂਚੀ ਵਿੱਚ ਪਾਉਣ ਦੀ ਅਮਰੀਕੀ ਕਾਰਵਾਈ ਦਾ ਜਵਾਬ ਦੇਣ ਲਈ ਜ਼ਰੂਰੀ ਕਦਮ ਚੁੱਕੇਗਾ। ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦਾ ਇਹ ਕਦਮ ਚੀਨੀ ਉਦਮਾਂ ਦਾ ਨਜਾਇਜ਼ ਦਮਨ ਅਤੇ ਅੰਤਰਰਾਸ਼ਟਰੀ ਆਰਥਿਕ ਅਤੇ ਵਪਾਰ ਨਿਯਮਾਂ ਦੀ ਗੰਭੀਰ ਉਲੰਘਣਾ ਹੈ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਚੀਨ ਚੀਨੀ ਕੰਪਨੀਆਂ ਦੇ ਜਾਇਜ਼ ਅਧਿਕਾਰੀਆਂ ਅਤੇ ਹਿੱਤਾਂ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕੇਗਾ। ਚੀਨ ਨੇ ਆਪਣੇ ਸੁਦੂਰ ਪੱਛਮ ਖੇਤਰ ਸ਼ਿਨਚਿਆਂਗ ਵਿੱਚ ਉਈਗਰ ਭਾਈਚਾਰੇ ਦੇ ਲੋਕਾਂ ਨੂੰ ਮਨਮਰਜ਼ੀ ਨਾਲ ਹਿਰਾਸਤ ਵਿੱਚ ਰੱਖੇ ਜਾਣ ਅਤੇ ਲੇਬਰ ਕੋਲੋਂ ਜ਼ਬਰੀ ਮਜ਼ਦੂਰੀ ਕਰਵਾਉਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ। ਇਸ ਦੇ ਨਾਲ ਹੀ ਇਸਨੇ ਆਪਣੀਆਂ ਕੰਪਨੀਆਂ ਅਤੇ ਕਾਰਜਕਾਰੀ ਅਧਿਕਾਰੀਆਂ ਖਿਲਾਫ ਲਾਈਆਂ ਪਾਬੰਦੀਆਂ ਦੇ ਜਵਾਬ ਵਿੱਚ ਵੀਜ਼ਾ ਅਤੇ ਵਿੱਤੀ ਸੰਬੰਧਾਂ ਤੇ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਜ਼ਿਕਰਯੋਗ ਹੈ ਕਿ ਯੂਐਸਏ ਦੇ ਵਣਜ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਸੀ ਕਿ ਇਲੈਕਟ੍ਰੋਨਿਕਸ ਅਤੇ ਟੈਕਨੋਲੋਜੀ ਕੰਪਨੀਆਂ ਅਤੇ ਹੋਰ ਵਪਾਰਕ ਸੰਸਥਾਵਾਂ ਨੇ ਸ਼ਿਨਚਿਆਂਗ ਵਿੱਚ ਮੁਸਲਿਮ ਘੱਟ ਗਿਣਤੀਆਂ ਖਿਲਾਫ ਚੀਨ ਸਰਕਾਰ ਦੇ ਜਬਰ ਜਨਤਕ ਨਜ਼ਰਬੰਦੀ ਅਤੇ ਉੱਚ ਟੈਕਨੋਲੋਜੀ ਦੀ ਨਿਗਰਾਨੀ ਦੀ ਮੁਹਿੰਮ ਨੂੰ ਸਮਰਥ ਕਰਨ ਵਿੱਚ ਸਹਾਇਤਾ ਕੀਤੀ। ਇਹਨਾਂ ਪਾਬੰਦੀਆਂ ਦੇ ਤਹਿਤ ਅਮਰੀਕਾ ਇਹਨਾਂ ਚੀਨੀ ਕੰਪਨੀਆਂ ਨੂੰ ਉਪਕਰਨ ਜਾਂ ਹੋਰ ਚੀਜ਼ਾਂ ਵੇਚ ਸਕਦਾ ਹੈ। ਪੰਜਾਬ ਵਿੱਚ ਵਿਦੇਸ਼ਾਂ 'ਚ ਬੈਠੀਆਂ ਕੁੜੀਆਂ ਵੱਲੋਂ ਮਾਰੀਆਂ ਠੱਗੀਆਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵੱਡਾ ਐਲਾਨ ਕੀਤਾ। ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਮਨੀਸ਼ਾ ਗੁਲਾਟੀ ਨੇ ਆਖਿਆ ਹੈ ਕਿ ਜਿਹੜੇ ਵੀ ਪਰਿਵਾਰ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇਗਾ ਤੇ ਵਿਦੇਸ਼ਾਂ 'ਚ ਬੈਠੀਆਂ ਕੁੜੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਬੀਤੇ ਦਿਨੀ ਧਨੌਲੇ 'ਚ ਖੁਦਕੁਸ਼ੀ ਕਰ ਗਏ ਪਰਿਵਾਰ ਨੂੰ ਵੀ ਇਨਸਾਫ ਦਿਵਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਮਨੀਸ਼ਾ ਗੁਲਾਟੀ ਧਨੌਲਾ ਜਾ ਕੇ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਵੀ ਕਰਨਗੇ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਆਖਿਆ ਕਿ ਭਾਵੇਂ ਹੀ ਸਾਡੇ ਮਹਿਕਮੇ ਦੇ ਕੰਮ ਕੁੜੀਆਂ ਤੇ ਮਹਿਲਾਵਾਂ ਨੂੰ ਇਨਸਾਫ ਦਿਵਾਉਣੇ ਨੇ, ਪਰ ਜਿੱਥੇ ਮਹਿਲਾਵਾਂ ਕੁੜੀਆਂ ਗਲਤ ਹੋਣਗੀਆਂ ਉੱਥੇ ਡਟ ਕੇ ਵਿਰੋਧ ਵੀ ਕੀਤਾ ਜਾਵੇਗਾ। ਨਿਊ ਸਾਊਥ ਵੇਲਜ਼ ਵਿੱਚ 1 ਸਾਲ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਸੋਮਵਾਰ ਨੂੰ ਰੋਜ਼ਾਨਾ ਕੋਵਿਡ-19 ਦੇ ਮਾਮਲਿਆਂ ਵਿੱਚ 3 ਗੁਣਾ ਵਾਧਾ ਵੇਖਣ ਨੂੰ ਮਿਲਿਆ। ਇਸ ਮਗਰੋਂ ਆਸਟ੍ਰੇਲੀਆਈ ਰਾਜ ਦੇ ਪ੍ਰੀਮੀਅਰ ਗਲੈਡਿਸ ਬੇਰਜ਼ਿਕਲੀਅਨ ਨੇ ਕਿਹਾ ਕਿ ਇਸ ਹਫ਼ਤੇ ਤਾਲਾਬੰਦੀ ਨੂੰ ਸਿਡਨੀ ਵਿੱਚ ਹਟਾਉਣਾ ਲਗਭਗ ਅਸੰਭਵ ਹੈ। ਸਮਾਚਾਰ ਏਜੰਸੀ ਸ਼ਿਨੂਹਾ ਨੇ ਬ੍ਰਿਸਕਿਲੀਅਨ ਦੇ ਹਵਾਲੇ ਨਾਲ ਇੱਥੇ ਪੱਤਰਕਾਰਾਂ ਨੂੰ ਕਿਹਾ, ਜਿੱਥੇ ਸੰਖਿਆਵਾਂ ਹਨ ਉੱਥੇ ਸੰਭਾਵਨਾ ਨਹੀਂ ਹੈ। ਮਤਲਬ ਸਾਡੇ ਲਈ ਸ਼ੁੱਕਰਵਾਰ ਨੂੰ ਤਾਲਾਬੰਦੀ ਵਿੱਚੋਂ ਬਾਹਰ ਨਿਕਲਣਾ ਲਗਭਗ ਅਸੰਭਵ ਹੈ। ਰਾਜ ਵਿੱਚ ਸੋਮਵਾਰ ਨੂੰ ਸਥਾਨਕ ਤੌਰ ਤੇ 112 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਤਾਜ਼ਾ ਪ੍ਰਕੋਪ ਵਿੱਚ ਲਾਗ ਦੀ ਕੁੱਲ ਸੰਖਿਆ 678 ਹੋ ਗਈ। ਇਹ ਪਹਿਲਾ ਮੌਕਾ ਹੈ ਜਦੋਂ ਪਿਛਲੇ ਸਾਲ ਅਪ੍ਰੈਲ ਤੋਂ NSW ਵੀ ਇੱਕ ਦਿਨ ਵਿੱਚ 100 ਤੋਂ ਵੱਧ ਮਾਮਲੇ ਸਾਹਮਣੇ ਆਏ ਨੇ। ਨਵੇਂ ਸਥਾਨਕ ਮਾਮਲਿਆਂ ਵਿੱਚ 48 ਮਾਮਲਿਆਂ ਦੀ ਲਾਗ ਦਾ ਸਰੋਤ ਜਾਂਚ ਅਧੀਨ ਹੈ, ਜਦੋਂ ਕਿ 34 ਕਮਿਊਨਿਟੀ ਵਿੱਚ ਫੈਲ ਗਏ ਹਨ। NSW ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰੇਗੀ। ਫੇਅਰਫੀਲਡ, ਕੈਂਟਬਰੀ, ਬੈਕਸਟਾਊਨ ਅਤੇ ਲਿਵਰਪੂਲ ਸਥਾਨਕ ਸਰਕਾਰਾਂ ਵਾਲੇ ਖੇਤਰਾਂ ਵਿੱਚ ਅਧਿਆਪਕ ਅਤੇ ਬੁਢਾਪਾ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੂੰ ਪਹਿਲ ਦਿੱਤੀ ਜਾਵੇਗੀ। ਉਸ ਸਮੇਂ ਗਾਹਕ ਅਤੇ ਕਾਰੋਬਾਰਾਂ ਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਸੋਮਵਾਰ ਤੋਂ ਰਾਜ ਦੇ ਜ਼ਿਆਦਾਤਰ ਕਾਰਜ ਸਥਾਨਾਂ ਅਤੇ ਪ੍ਰਚੂਨ ਕਾਰੋਬਾਰਾਂ ਵਿੱਚ NSW ਸਰਕਾਰ ਦੀ ਕੋਵਿਡ ਸੇਫ ਚੈੱਕ ਇਨ ਦੀ ਵਰਤੋਂ ਲਾਜ਼ਮੀ ਹੋਵੇਗੀ।
ਇਰਾਕ ਦੇ ਹਸਪਤਾਲ ਵਿੱਚ ਲੱਗੀ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 54 ਹੋ ਗਈ। ਇਹ ਅੱਗ ਇੱਥੋਂ ਦੇ ਨਸਰੀਆ ਸਥਿਤ ਇਮਾਮ ਹੁਸੈਨ ਹਸਪਤਾਲ ਵਿੱਚ ਲੱਗੀ ਸੀ। ਹਸਪਤਾਲ ਦੇ ਜਿਸ ਵਾਰਡ ਵਿੱਚ ਇਹ ਅੱਗ ਲੱਗੀ ਉਹ ਕੋਵਿਡ-19 ਵਾਰਡ ਸੀ। ਇਰਾਕ ਦੇ ਦੱਖਣੀ ਪ੍ਰਾਂਤ ਤੇ ਘਾਰ ਦੇ ਸਿਹਤ ਵਿਭਾਗ ਨੇ ਇਸ ਬਾਰੇ ਇੱਕ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਹਸਪਤਾਲ ਵਿੱਚ ਲੱਗੀ ਅੱਗ ਨਾਲ ਹੁਣ ਤੱਕ 54 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਿਆਨ ਮੁਤਾਬਕ ਹਸਪਤਾਲ ਵਿੱਚ ਅੱਗ ਲੱਗਣ ਦੀ ਸ਼ੁਰੂਆਤੀ ਵਜ੍ਹਾ ਆਕਸੀਜਨ ਟੈਂਕ ਵਿੱਚ ਹੋਇਆ ਧਮਾਕਾ ਦੱਸਿਆ ਜਾ ਰਿਹਾ। ਇਸ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ ਦੇ ਇਸ ਵਾਰਡ ਵਿੱਚ ਅਜੇ ਵੀ ਕੋਰੋਨਾ ਸੰਕਰਮਿਤ ਮਰੀਜ਼ ਫਸੇ ਹੋਏ ਨੇ। ਰਾਹਤ ਕਰਮੀ ਇਹਨਾਂ ਮਰੀਜ਼ਾਂ ਨੂੰ ਕੱਢਣ ਵਿੱਚ ਲੱਗੇ ਹੋਏ ਨੇ। IANS ਮੁਤਾਬਕ ਸੋਮਵਾਰ ਦੇਰ ਰਾਤ ਇਸ ਅੱਗ ਤੇ ਕਾਬੂ ਪਾ ਲਿਆ ਗਿਆ। ਖਬਰ ਮੁਤਾਬਕ ਹੈਦਰ ਅਲ ਜਮੀਲੀ ਦਾ ਕਹਿਣਾ ਹੈ ਕਿ ਅਨੁਮਾਨਿਤ ਤੌਰ ਤੇ ਇਸ ਵਾਰਡ ਵਿੱਚ ਫਿਲਹਾਲ ਮਰੀਜ਼ ਫਸੇ ਹੋਏ ਨੇ। ਇਸ ਘਟਨਾ ਤੋਂ ਬਾਅਦ ਲੋਕਾਂ ਨੇ ਹਸਪਤਾਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਵੀ ਕੀਤਾ। ਲੋਕ ਇਸ ਹਾਦਸੇ ਦੀ ਜਾਂਚ ਕਰਨ ਅਤੇ ਸੰਬੰਧਿਤ ਅਧਿਕਾਰੀ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ। ਅਮਰੀਕਾ 'ਚ ਜਲੰਧਰ ਦੇ ਸੂਰਾਨੂਸੀ ਲਾਗੇ ਪਿੰਡ ਲਿੱਦੜਾਂ ਦੇ ਦਿਲਬਾਗ ਸਿੰਘ ਲਿੱਦੜ ਦਾ ਪੁੱਤਰ ਅਰਸ਼ਦੀਪ ਸਿੰਘ ਲਿੱਦੜ ਅਮਰੀਕਾ ਦੇ ਸਪੇਸ ਫੋਰਸ ਵਿਭਾਗ ਵਿੱਚ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਚੁਣਿਆ ਗਿਆ। ਦੱਸਣਯੋਗ ਹੈ ਕਿ ਇਸ ਵਿਭਾਗ ਦੀ ਜ਼ਿੰਮੇਵਾਰੀ ਸਪੇਸ ਵਿੱਚ ਉਪਗ੍ਰਹਿਾਂ ਤੇ ਉਪਕਰਨਾਂ ਦੀ ਸੁਰੱਖਿਆ ਅਤੇ ਉਹਨਾਂ ਨੂੰ ਕੰਮ ਕਰਨ ਦੇ ਯੋਗ ਬਣਾਈ ਰੱਖਣ ਅਤੇ ਨਵੀਆਂ ਖੋਜਾਂ ਲਈ ਰਸਤੇ ਤਿਆਰ ਕਰਨਾ ਹੁੰਦਾ ਹੈ। ਨੰਬਰਦਾਰ ਬਹਾਦਰ ਸਿੰਘ ਲਿੱਦੜ ਦੇ ਪੋਤਰੇ ਅਰਸ਼ਦੀਪ ਸਿੰਘ ਲਿੱਦੜ ਦੇ ਪਿਤਾ ਦਿਲਬਾਗ ਸਿੰਘ ਲਿੱਦੜ ਤੇ ਮਾਤਾ ਜਸਵਿੰਦਰ ਕੌਰ ਲਿੱਦੜ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਬਚਪਨ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਸੀ। ਹਿਊਸਟਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਦਿਆਂ ਹੀ ਉਸ ਨੂੰ ਸਮੁੰਦਰੀ ਫੌਜ ਦੇ ਵਿਭਾਗ ਦੀ ਸਪੈਸ਼ਲ ਫੋਰਸ ਵੱਲੋਂ ਡਿਪਾਰਟਮੈਂਟ ਆਫ ਸਪੇਸ ਫੋਰਸ ਲਈ ਚੁਣ ਲਿਆ ਗਿਆ ਸੀ। ਲੰਘੀ 17 ਜੂਨ ਨੂੰ ਉਸਨੇ ਵਿਭਾਗ ਵਿੱਚ 18 ਮਹੀਨੇ ਦੀ ਟ੍ਰੇਨਿੰਗ ਅਵਲ ਰਹਿ ਕੇ ਮੁਕੰਮਲ ਕੀਤੀ। 23 ਸਾਲਾ ਅਰਸ਼ਦੀਪ ਦੇ ਪਿਤਾ ਦਾ ਮੈਕਸੀਕੋ ਬਾਰਡਰ ਨਾਲ ਲੱਗਦੇ ਟੈਕਸਾਸ ਸੂਬੇ ਦੇ ਸ਼ਹਿਰ ਮਿਸ਼ਨ 'ਚ ਹੋਟਲ ਦਾ ਵੱਡਾ ਕਾਰੋਬਾਰ ਹੈ ਅਤੇ ਉਹ ਸਧਾਰਨ ਕਿਰਤੀ ਪਰਿਵਾਰ 'ਚ ਉੱਠ ਕੇ ਅਮਰੀਕਾ 'ਚ ਮਿਹਨਤ ਕਰ ਰਹੇ ਨੇ। ਪੱਛਮੀ ਅਮਰੀਕਾ ਦੇ 6 ਰਾਜਾਂ ਵਿੱਚ ਅੱਗ ਲੱਗਣ ਨਾਲ 3 ਲੱਖ ਏਕੜ ਤੋਂ ਵੱਧ ਰਕਬੇ ਵਿੱਚ ਫੈਲਿਆ ਜੰਗਲ ਸੜ ਕੇ ਸੁਆਹ ਹੋ ਗਿਆ, ਜਦਕਿ ਤਾਪਮਾਨ ਰਿਕਾਰਡ ਹੱਦ ਤੱਕ ਵੱਧ ਜਾਣ ਕਾਰਨ ਗ੍ਰਿਡਾਂ ਉੱਪਰ ਦਬਾਅ ਪੈ ਰਿਹਾ, ਜਿਸ ਕਾਰਨ ਖਪਤਕਾਰਾਂ ਨੂੰ ਘੱਟ ਬਿਜਲੀ ਵਰਤਣ ਲਈ ਕਿਹਾ ਗਿਆ। ਇਕੱਲੇ ਓਰਗੋਨ ਵਿੱਚ 1,43,607 ਏਕੜ ਜੰਗਲ ਸੜ ਗਿਆ, ਜਦਕਿ ਇੱਥੇ ਅੱਗ ਉੱਪਰ ਕਾਬੂ ਪਾਉਣ 'ਚ ਕੋਈ ਸਫਲਤਾ ਨਹੀਂ ਮਿਲੀ। ਕੈਲੀਫੋਰਨੀਆ ਵਿੱਚ ਵੀ ਹਜ਼ਾਰਾਂ ਏਕੜ ਜੰਗਲ ਅੱਗ ਦੀਆਂ ਲਪੇਟਾਂ 'ਚ ਘੇਰੇ 'ਚ ਆਇਆ ਹੈ ਤੇ ਰਾਜ ਵਿੱਚ ਇਸ ਸਾਲ ਲੱਗੀ ਇਹ ਸਭ ਤੋਂ ਵੱਡੀ ਅੱਗ ਹੈ। ਅੱਗ ਕਾਰਨ ਨਿਵਾਡਾ ਵੀ ਵਾਸੋ ਕਾਉਂਟੀ ਦਾ ਘਰਾਂ ਨੂੰ ਖਤਰਾ ਪੈਦਾ ਹੋ ਗਿਆ। ਨਿਵਾਡਾ ਤੇ ਕੈਲੀਫੋਰਨੀਆ ਵਿੱਚ ਵਧੇਰੇ ਗਰਮੀ ਪੈਣ ਦੀ ਚੇਤਾਵਨੀ ਦਿੱਤੀ ਗਈ। ਦੱਖਣ ਪੂਰਬ ਕੈਲੀਫੋਰਨੀਆ ਦੀ ਡੈਥ ਵੈਲੀ ਵਜੋਂ ਜਾਣੇ ਜਾਂਦੇ ਮੁਜ਼ੇਵ ਮਾਰੂਥਲ 'ਚ ਤਾਪਮਾਨ 128 ਡਿਗਰੀ ਫਾਰਨਹੀਟ ਤੱਕ ਪਹੁੰਚ ਗਿਆ। ਫਰਨੇਸ ਕ੍ਰੀਕ ਦੀ ਕੌਮੀ ਮੌਸਮ ਸੇਵਾ ਅਨੁਸਾਰ ਇਸ ਖਿੱਤੇ ਵਿੱਚ ਸਭ ਤੋਂ ਵੱਧ ਤਾਪਮਾਨ ਸ਼ੁੱਕਰਵਾਰ 130 ਡਿਗਰੀ ਫਾਰਨਹੀਟ ਰਿਕਾਰਡ ਹੋਇਆ। ਜੁਲਾਈ 1913 ਤੋਂ ਬਾਅਦ ਦਰਜ ਹੋਇਆ ਇਹ ਸਭ ਤੋਂ ਵੱਧ ਤਾਪਮਾਨ ਹੈ। ਕੈਨੇਡਾ ਨੇ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਨੂੰ ਐਸਟਰਾਜ਼ੈਨੇਕਾ ਕੋਰੋਨਾ ਵਾਇਰਸ ਦੇ ਟੀਕੇ ਦੀਆਂ 17.7 ਮਿਲੀਅਨ ਖੁਰਾਕਾਂ ਦਾਨ ਕਰਨ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਅਨੁਸਾਰ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖਰੀਦ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਟੀਕੇ ਦੀਆਂ ਖੁਰਾਕਾਂ ਕੰਪਨੀ ਨਾਲ ਕੈਨੇਡੀਅਨ ਸਰਕਾਰ ਦੇ ਪੇਸ਼ਗੀ ਖਰੀਦ ਸਮਝੌਤੇ ਦਾ ਇੱਕ ਹਿੱਸਾ ਹਨ ਅਤੇ ਇਹ ਕੋਵੈਕਸ ਰਾਹੀਂ ਵੰਡੀਆਂ ਜਾਣਗੀਆਂ। ਕੋਵੈਕਸ ਇੱਕ ਵਿਸ਼ਵ ਵਿਆਪੀ ਟੀਕਾ ਵੰਡਣ ਦੀ ਪਹਿਲ ਹੈ ਜਿਸ ਨੂੰ ਵਿਸ਼ਵ ਸਿਹਤ ਸੰਗਠਨ, ਕੋਲੀਸ਼ਨ ਫਾਰ ਐਪੀਡੈਮਿਕ ਪ੍ਰੀਪੇਅਰਡਨੈਸ ਇਨੋਵੇਸ਼ਨਜ਼ ਅਤੇ ਗਾਵੀ ਟੀਕਾ ਅਲਾਇੰਸ ਦੁਆਰਾ ਸਾਂਝੇ ਤੌਰ ਤੇ ਸ਼ੁਰੂ ਕੀਤੀ ਗਈ ਹੈ। ਆਨੰਦ ਨੇ ਕਿਹਾ, ਇਹ ਦਾਨ ਸਾਡੇ ਸ਼ੁਰੂਆਤੀ ਸਮਝੌਤਿਆਂ ਵਿੱਚ ਕਰੋੜਾਂ ਕੋਵਿਡ-19 ਟੀਕੇ ਹਾਸਲ ਕਰਨ ਦੀ ਸਾਡੀ ਸਰਗਰਮ ਪਹੁੰਚ ਦਾ ਨਤੀਜਾ ਹੈ। ਕੈਨੇਡਾ ਵਿੱਚ 55 ਮਿਲੀਅਨ ਟੀਕਿਆਂ ਦੇ ਨਾਲ ਅਤੇ ਇਸ ਟੀਕੇ ਲਈ ਸੂਬੇ ਅਤੇ ਖੇਤਰਾਂ ਦੀਆਂ ਮੰਗਾਂ ਪੂਰੀਆਂ ਹੋਣ ਦੇ ਨਾਲ ਅਸੀਂ ਹੁਣ ਇਹ ਜ਼ਿਆਦਾ ਖੁਰਾਕਾਂ ਦਾਨ ਕਰਨ ਦੀ ਸਥਿਤੀ ਵਿੱਚ ਹਾਂ। ਸਰਕਾਰ ਨੇ ਕੈਨੇਡੀਅਨਾਂ ਨੂੰ 10 ਕੈਨੇਡੀਅਨ ਡਾਲਰ ਦਾ ਯੋਗਦਾਨ ਦੇ ਕੇ ਟੀਕਾ ਖੁਰਾਕ ਦਾਨ ਕਰਨ ਲਈ ਉਤਸ਼ਾਹਿਤ ਕਰਨ ਲਈ ਦਾਨ ਨਾਲ ਮੇਲ ਖਾਂਦੀ ਫੰਡ ਇਕੱਠਾ ਕਰਨ ਦੀ ਮੁਹਿੰਮ ਵਿੱਚ ਯੂਨੀਸੈਫ ਨਾਲ ਭਾਈਵਾਲੀ ਦੀ ਘੋਸ਼ਣਾ ਵੀ ਕੀਤੀ। ਇਹ ਮੁਹਿੰਮ 6 ਸਤੰਬਰ ਤੱਕ ਚੱਲੇਗੀ। ਆਨੰਦ ਨੇ ਕਿਹਾ ਕਿ ਜੇਕਰ ਯੂਨੀਸੈਫ ਮੁਹਿੰਮ ਨੂੰ ਵਧਾਉਂਦੀ ਹੈ ਤਾਂ ਇਹ ਉਹਨਾਂ ਦੇਸ਼ਾਂ ਦੇ 40 ਲੱਖ ਲੋਕਾਂ ਨੂੰ ਟੀਕਾਕਰਨ ਲਈ ਕਾਫੀ ਪੈਸਾ ਮੁਹੱਈਆ ਕਰਵਾਏਗੀ ਜਿਹੜੇ ਟੀਕਾਕਰਨ ਮੁਹਿੰਮ ਮੰਗ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਐਸਟਰਾਜ਼ੈਨੇਕਾ ਖੁਰਾਕਾਂ ਸਰਕਾਰ ਦੁਆਰਾ ਕੰਪਨੀ ਨਾਲ ਕੀਤੇ ਗਏ ਪੇਸ਼ਗੀ ਖਰੀਦ ਸਮਝੌਤੇ ਤੇ ਆ ਰਹੀਆਂ ਹਨ। ਪੰਜਾਬ ਕਾਂਗਰਸ ਵਿੱਚ ਜਾਰੀ ਅੰਦਰੂਨੀ ਕਲੇਸ਼ ਕਾਰਨ ਪਾਰਟੀ ਹਾਈਕਮਾਨ ਵੱਡੇ ਪੱਧਰ ਤੇ ਬਦਲਾਅ ਦੀ ਤਿਆਰੀ 'ਚ ਹੈ। ਪੰਜਾਬ ਕਾਂਗਰਸ ਪ੍ਰਧਾਨ ਦੀ ਛੁੱਟੀ ਤੇ ਹੈ। ਇਸ ਬਾਰੇ ਸਥਿਤੀ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਬਿਆਨ ਤੋਂ ਬਾਅਦ ਸਾਫ਼ ਹੋ ਗਈ।
ਉਹਨਾਂ ਇਹ ਵੀ ਸੰਕੇਤ ਦੇ ਦਿੱਤਾ ਕਿ ਨਵਾਂ ਕੈਬਨਿਟ ਮੰਤਰੀ ਕਿਸ ਵਰਗ ਦਾ ਹੋਵੇਗਾ। ਰਾਵਤ ਦੇ ਬਿਆਨ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਉਣ ਦੀਆਂ ਅਫਵਾਹਾਂ ਤੇ ਵਿਰਾਮ ਦੇ ਦਿੱਤਾ। ਹੁਣ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਸਿੱਧੂ ਨੂੰ ਨਵੀਂ ਜ਼ਿੰਮੇਵਾਰੀ ਹੀ ਮਿਲੇਗੀ। ਫਿਲਹਾਲ ਹਰੀਸ਼ ਰਾਵਤ ਹਸਪਤਾਲ 'ਚ ਜ਼ੇਰੇ ਇਲਾਜ ਹਨ। ਇੱਕ ਅੰਗਰੇਜ਼ੀ ਅਖਬਾਰ ਦੇ ਇੰਟਰਵਿਊ 'ਚ ਹਰੀਸ਼ ਰਾਵਤ ਨੇ ਦੱਸਿਆ ਕਿ ਇਹ ਸਭ ਤਬਦੀਲੀਆਂ ਅਗਲੇ 2-3 ਦਿਨਾਂ ਵਿੱਚ ਹੋ ਜਾਣਗੀਆਂ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਯਕੀਨ ਸੀ ਕਿ ਪੰਜਾਬ ਕਾਂਗਰਸ ਦਾ ਕਲੇਸ਼ ਸੁਲਝ ਜਾਵੇਗਾ, ਪਰ ਅਜਿਹਾ ਹੋਇਆ ਨਹੀਂ। ਉਹਨਾਂ ਨੇ ਕਿਹਾ ਕਿ ਪਹਿਲਾਂ ਇਹ ਤਬਦੀਲੀ ਜੁਲਾਈ ਦੇ ਪਹਿਲੇ ਹਫ਼ਤੇ ਹੋਣੀ ਸੀ, ਪਰ ਹਾਈ ਕਮਾਨ ਦੇ ਰੁਝੇਵਿਆਂ ਕਾਰਨ ਇਸ ਵਿੱਚ ਦੇਰ ਹੋ ਗਈ। ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਸੰਜੀਵ ਨਰੂਲਾ ਨੇ ਸੋਮਵਾਰ ਨੂੰ ਬਾਲੀਵੁੱਡ ਅਭਿਨੇਤਰੀ ਯੂਹੀ ਚਾਵਲਾ ਦੀ 5G ਵਾਇਰਲੈਸ ਨੈਟਵਰਕ ਤਕਨੀਕ ਦੇ ਖਿਲਾਫ ਉਹਨਾਂ ਦੇ ਮੁਕੱਦਮੇ ਨੂੰ ਖਾਰਜ ਕਰਨ ਦੇ ਸੰਬੰਧ ਵਿੱਚ ਪਟੀਸ਼ਨ ਤੇ ਸੁਣਵਾਈ ਤੋਂ ਖੁਦ ਨੂੰ ਵੱਖ ਕਰ ਲਿਆ ਅਤੇ ਮਾਮਲੇ ਨੂੰ 29 ਜੁਲਾਈ ਤੱਕ ਅੱਗੇ ਪਾ ਦਿੱਤਾ। ਜੱਜ ਨੇ ਕਿਹਾ ਕਿ ਇਹ ਕਿਸੇ ਹੋਰ ਬੈਂਚ ਨੂੰ ਜਾ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਮੁੱਖ ਜੱਜ ਦੇ ਆਦੇਸ਼ ਦੇ ਅਧੀਨ 29 ਜੁਲਾਈ ਨੂੰ ਇੱਕ ਹੋਰ ਬੈਂਚ ਦੇ ਸਾਹਮਣੇ ਸੂਚੀਬੱਧ ਕਰੋ। ਜਸਟਿਸ ਨਰੂਲਾ ਨੇ ਹਾਲਾਂਕਿ ਜੂਹੀ ਚਾਵਲਾ ਦੀ ਪਟੀਸ਼ਨ ਤੇ ਸੁਣਵਾਈ ਤੋਂ ਇਨਕਾਰ ਕਰਨ ਦਾ ਕਾਰਨ ਨਹੀਂ ਦੱਸਿਆ। ਬੀਤੇ ਦਿਨੀ ਰਾਜਪੁਰਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਘਿਰਾਓ ਕਰਨ ਵਾਲੇ ਕਿਸਾਨਾਂ ਦੇ ਉੱਤੇ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ। ਭਾਜਪਾ ਦੇ ਆਗੂਆਂ ਵੱਲੋਂ ਕਿਸਾਨਾਂ ਦੇ ਉੱਪਰ ਮਾਰ-ਕੁੱਟ ਤੇ ਖਿੱਚ-ਧੂ ਦੇ ਇਲਜ਼ਾਮ ਲਗਾਏ ਗਏ ਸਨ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕਿਸਾਨਾਂ ਉੱਪਰ ਕਾਰਵਾਈ ਕੀਤੀ ਗਈ। ਬੀਤੀ ਕੱਲ ਪ੍ਰੈਸ ਕਾਨਫਰੰਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਆਖਿਆ ਸੀ ਕਿ ਉਹਨਾਂ ਨੂੰ ਕਿਸਾਨਾਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਇਸ ਦੌਰਾਨ ਉਹਨਾਂ ਦੇ ਸਮਾਨ ਦੀ ਲੁੱਟ-ਖੋਹ ਵੀ ਕੀਤੀ ਗਈ। ਪੁਲਿਸ ਵੱਲੋਂ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਕਿਸਾਨਾਂ ਵੱਲੋਂ ਇਸ ਕਾਰਵਾਈ ਉੱਤੇ ਫਿਲਹਾਲ ਕੋਈ ਵੀ ਪ੍ਰਤੀਕਰਮ ਸਾਹਮਣੇ ਨਹੀਂ ਆਇਆ। ਪੰਜਾਬ ਵਿੱਚ ਬਿਜਲੀ ਪਲਾਂਟ ਲਾਉਣ ਵਾਲੀਆਂ ਪ੍ਰਾਈਵੇਟ ਬਿਜਲੀ ਕੰਪਨੀਆਂ ਕੋਲੋਂ ਕਾਂਗਰਸ ਪਾਰਟੀ ਨੇ ਕਰੋੜਾਂ ਰੁਪਏ ਫੰਡ ਵਜੋਂ ਲਏ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਪਲਾਂਟ 'ਚ ਹਿੱਸੇਦਾਰੀ ਪਾਈ ਹੈ। ਇਸ ਲਈ ਪੰਜਾਬ ਵਾਸੀਆਂ ਨੂੰ ਦੇਸ਼ ਭਰ ਤੋਂ ਸਭ ਤੋਂ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ। ਇਹ ਖੁਲਾਸਾ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਕਰੋੜਾਂ ਰੁਪਏ ਫੰਡ ਲੈ ਕੇ ਪੰਜਾਬ ਦੀ ਬਿਜਲੀ ਵੀ ਵੇਚ ਦਿੱਤੀ। ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਵਿੱਚ 3 ਪ੍ਰਾਈਵੇਟ ਬਿਜਲੀ ਕੰਪਨੀਆਂ ਨੇ ਬਿਜਲੀ ਪਲਾਂਟ ਸਥਾਪਿਤ ਕੀਤੇ ਹਨ ਅਤੇ ਕਾਂਗਰਸ ਪਾਰਟੀ ਨੇ ਇਹਨਾਂ ਸਾਰੀਆਂ ਕੰਪਨੀਆਂ ਤੋਂ 15.35 ਕਰੋੜ ਰੁਪਏ ਲਏ ਹਨ। ਇਸ ਸੰਬੰਧੀ ਵੇਰਵਾ ਦਿੰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਤਲਵੰਡੀ ਸਾਬੋ ਵਿਖੇ ਬਿਜਲੀ ਪਲਾਂਟ ਲਾਉਣ ਵਾਲੀ LNT ਕੰਪਨੀ ਤੋਂ ਪਹਿਲਾਂ 1 ਕਰੋੜ, ਫਿਰ 2 ਕਰੋੜ 25 ਲੱਖ ਅਤੇ ਤੀਜੀ ਵਾਰ 5 ਕਰੋੜ ਫੰਡ ਵਜੋਂ ਲਏ। ਕੈਪਟਨ ਅਮਰਿੰਦਰ ਸਿੰਘ ਤੇ ਟਿੱਪਣੀ ਕਰਦਿਆਂ ਮਾਨ ਨੇ ਕਿਹਾ, ਕਾਂਗਰਸ ਸਰਕਾਰ ਦੇ ਹੱਥ ਬੰਨੇ ਹੋਏ ਨਹੀਂ, ਸਗੋਂ ਰਿਸ਼ਵਤ ਨਾਲ ਰੰਗੇ ਹੋਏ ਨੇ। ਬਿਜਲੀ ਸਮਝੌਤਿਆਂ ਬਾਰੇ ਅਕਾਲੀ ਦਲ ਬਾਦਲ ਤੇ ਟਿੱਪਣੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਬਾਦਲ ਨੇ ਪ੍ਰਧਾਨ ਸੁਖਬੀਰ ਬਾਦਲ ਨੇ ਬਿਜਲੀ ਕੰਪਨੀਆਂ ਤੋਂ ਪੈਸੇ ਨਹੀਂ ਲਏ, ਸਗੋਂ ਬਿਜਲੀ ਪਲਾਂਟਾਂ ਵਿੱਚ ਹਿੱਸਾ ਪਾਇਆ, ਜਿਸ ਬਾਰੇ ਸਾਰਾ ਪੰਜਾਬ ਚੰਗੀ ਤਰ੍ਹਾਂ ਜਾਣਦਾ ਹੈ। ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਕਾਂਗਰਸ ਪਾਰਟੀ ਵੱਲੋਂ ਲਈ ਰਿਸ਼ਵਤ ਬਾਰੇ ਪਤਾ ਹੈ, ਇਸੇ ਲਈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਬਿਜਲੀ ਸਮਝੌਤੇ ਰੱਦ ਕਰਨ ਦੀ ਚੁਣੌਤੀ ਦੇ ਰਿਹਾ ਹੈ। ਭਗਵੰਤ ਮਾਨ ਨੇ ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਨਵਜੋਤ ਸਿੱਧੂ ਨੂੰ ਤਾਨਾ ਮਾਰਦਿਆਂ ਕਿਹਾ, ਸਿੱਧੂ ਸਾਹਿਬ, ਕਾਂਗਰਸ ਪਾਰਟੀ ਵੱਲੋਂ ਬਿਜਲੀ ਕੰਪਨੀਆਂ ਤੋਂ ਲਏ ਕਰੋੜਾਂ ਰੁਪਏ ਬਾਰੇ ਵੀ ਇੱਕ ਟਵੀਟ ਕਰੋ। ਪੰਜਾਬ ਕੈਬਨਿਟ ਵਿੱਚ ਫੇਰ ਬਦਲ ਹੋਣ ਦੀਆਂ ਗੱਲਾਂ ਚੱਲ ਰਹੀਆਂ ਦੇ ਸੋਮਵਾਰ ਨੂੰ ਮਾਝਾ ਖੇਤਰ ਦੇ ਕੁਝ ਮੰਤਰੀ ਅਤੇ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਮੰਤਰੀ ਮੰਡਲ ਦੇ ਫੇਰ ਬਦਲ ਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਨੌਜਵਾਨ ਵਿਧਾਇਕਾਂ ਤੇ ਦਾਅ ਖੇਡ ਸਕਦੇ ਨੇ। ਨੌਜਵਾਨ ਵਿਧਾਇਕਾਂ ਤੇ ਇਸ ਲਈ ਵੀ ਦਾਅ ਮੁੱਖ ਮੰਤਰੀ ਵੱਲੋਂ ਖੇਡਿਆ ਜਾ ਰਿਹਾ ਕਿਉਂਕਿ ਸੂਬੇ ਵਿੱਚ ਨੌਜਵਾਨ ਵੋਟਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਕਾਂਗਰਸ ਵਿੱਚ ਮੰਨਿਆ ਜਾ ਰਿਹਾ ਹੈ ਕਿ ਮਾਲਵਾ ਖੇਤਰ ਨਾਲ ਸੰਬੰਧ ਰੱਖਦੇ ਨੌਜਵਾਨ ਵਿਧਾਇਕ ਕਿੱਕੀ ਢਿੱਲੋਂ, ਕੁਲਜੀਤ ਸਿੰਘ ਨਾਗਰਾ, ਰਾਜਾ ਵੜਿੰਗ, ਦੁਆਬਾ ਨਾਲ ਸੰਬੰਧ ਰੱਖਦੇ ਨੌਜਵਾਨ ਵਿਧਾਇਕ ਨਵਤੇਜ ਸਿੰਘ ਚੀਮਾ ਤੋਂ ਹੀ ਕੁਝ ਨੂੰ ਕੈਬਨਿਟ ਵਿੱਚ ਜਗ੍ਹਾ ਮਿਲਣ ਦੀ ਸੰਭਾਵਨਾ ਹੈ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਵਾਲੇ ਮੰਤਰੀਆਂ ਚੋਂ ਇੱਕ ਮੰਤਰੀ ਨੇ ਤਾਂ ਆਪਣੇ ਹੱਕ 'ਚ ਸਫਾਈ ਵੀ ਦਿੱਤੀ। ਉਸਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਸਨੇ ਕਾਂਗਰਸ ਸੰਕਟ ਦੌਰਾਨ ਉਹਨਾਂ ਦਾ ਵਿਰੋਧ ਨਹੀਂ ਕੀਤਾ। ਕਾਂਗਰਸੀਆਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਰੇਕ ਮੰਤਰੀ ਦੇ ਸਟੈਂਡ ਬਾਰੇ ਜਾਣਕਾਰੀ ਮਿਲ ਚੁੱਕੀ ਹੈ, ਇਸ ਲਈ ਹੁਣ ਅਜਿਹੀਆਂ ਬੈਠਕਾਂ ਦਾ ਜ਼ਿਆਦਾ ਲਾਭ ਹੋਣ ਵਾਲਾ ਨਹੀਂ। ਮੁੱਖ ਮੰਤਰੀ ਦੇ ਨੇੜਲੇ ਨੇਤਾਵਾਂ ਦਾ ਇਹ ਵੀ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਜਾਂ ਸ਼ੁੱਕਰਵਾਰ ਨੂੰ ਕੈਬਨਿਟ ਵਿੱਚ ਫੇਰ ਬਦਲ ਕਰਨ ਦੇ ਇੱਛੁਕ ਨੇ। ਇਸ ਸੰਬੰਧ ਵਿੱਚ ਅੰਦਰ ਖਾਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਪਰ ਇਸ ਦੀ ਭਣਕ ਕਿਸੇ ਵੀ ਮੰਤਰੀ ਨੂੰ ਲੱਗਣ ਨਹੀਂ ਦਿੱਤੀ ਜਾ ਰਹੀ। ਕੈਬਨਿਟ ਵਿੱਚ ਫੇਰ ਬਦਲ ਨਾਲ ਸਾਬਕਾ ਪੰਜਾਬ ਦੇ ਰਾਜਪਾਲ ਨੂੰ ਵੀ ਸਹੁੰ ਦਿਵਾਉਣ ਲਈ ਸੂਚਿਤ ਕੀਤਾ ਜਾਣਾ ਹੈ। ਅੱਜ ਤੱਕ ਰਾਜਪਾਲ ਨੂੰ ਸੂਚਨਾ ਨਹੀਂ ਭੇਜੀ ਗਈ। ਕੋਵਿਡ ਦੀ ਸਥਿਤੀ ਨੂੰ ਦੇਖਦੇ ਹੋਏ ਸਾਦੇ ਸਮਾਰੋਹ ਵਿੱਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾ ਸਕਦੀ ਹੈ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਦੁਆਬਾ ਖੇਤਰ ਦੀ ਹਿੱਸੇਦਾਰੀ ਕੈਬਨਿਟ ਮੰਤਰੀ 'ਚ ਵਧਣ ਜਾ ਰਹੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਦੁਆਬਾ 'ਚ ਵੀ ਕਾਂਗਰਸ ਨੂੰ ਭਾਰੀ ਸਫਲਤਾ ਮਿਲੀ ਸੀ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।